Worthy management, respected principal ma'am, Dr. Rama Sharma, Professor Ashutosh Sarni, Head Department of Computer Applications, faculty members and students of different colleges. मैं आप सब ਦਾ SD ਕਾਲਜ ਬਰਨਾਲਾ ਦੁਆਰਾ ਆਯੋਜਿਤ ਇਸ 2 ਰੋਜ਼ਾ ਵਰਕਸ਼ਾਪ ਵਿੱਚ ਸਵਾਗਤ ਕਰਦਾ ਹਾਂ। ਅਸੀਂ ਸਾਰਿਆਂ ਨੇ ਇਸ ਵਰਕਸ਼ਾਪ ਦੇ ਪਹਿਲੇ ਦਿਨ ਮਾਈਕਰੋਸਾਫਟ ਐਕਸਲ ਦੇ ਯੂਜ਼ ਬਾਰੇ ਸਿੱਖਿਆ। ਉਸੇ ਲੜੀ ਨੂੰ ਜਾਰੀ ਰੱਖਦੇ ਹਾਂ ਅੱਜ ਅਸੀਂ ਐਕਸਲ ਅਤੇ ਮਾਈਕਰੋਸਾਫਟ ਵਰਡ ਨੂੰ ਕਿਵੇਂ ਇਫੈਕਟਿਵ ਵੇ ਨਾਲ ਯੂਜ਼ ਕਰਨਾ ਹੈ ਉਹ ਸਿੱਖਾਂਗੇ। ਅੱਜ ਦੇ ਸਾਡੇ ਕੀ ਸਪੀਕਰ ਹਨ ਪ੍ਰੋਫੈਸਰ ਆਸ਼ੂਤੋਸ਼ ਧਰਨੀ ਜੋ ਕਿ ਕੰਪਿਊਟਰ ਵਿਭਾਗ ਦੇ ਮੁਖੀ ਵੀ ਹਨ ਅਤੇ ਇਸ ਕਾਲਜ ਦੇ ਸਾਬਕਾ ਵਿਦਿਆਰਥੀ ਵੀ ਹਨ। आपने SD ਕਾਲਜ ਸਾਲ 1998 ਵਿੱਚ ਜੁਆਇਨ ਕੀਤਾ। ਆਪ ਜੀ ਦੀ ਮਿਹਨਤ ਸਦਕਾ ਕੰਪਿਊਟਰ ਡਿਪਾਰਟਮੈਂਟ SD ਕਾਲਜ ਬਰਨਾਲਾ ਵਿਖੇ ਇੱਕ ਵੱਖਰੀ ਪਛਾਣ ਰੱਖਦਾ ਹੈ। ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਪ੍ਰੋਫੈਸਰ ਸ਼ਿਪਾਲੀ ਜਿੰਦਲ ਜੀ ਨੂੰ ਕਿ ਉਹ ਕਾਲਜ ਵਿੱਚ ਚੱਲ ਰਹੇ ਵੱਖ-ਵੱਖ ਕੰਪਿਊਟਰ ਕੋਰਸਿਸ ਬਾਰੇ ਦੱਸਣ। ਓਵਰ ਟੂ ਸ਼ਿਪਾਲੀ ਮੈਮ। Thank you, Gaurav sir. Good morning to all the participants for today's workshop. Dear students, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੰਪਿਊਟਰ ਦੀ ਸਾਡੀ ਜ਼ਿੰਦਗੀ ਵਿੱਚ ਕਿੰਨੀ ਜ਼ਿਆਦਾ ਮਹੱਤਤਾ ਹੈ। ਟੈਕਨੋਲੋਜੀ ਨੇ ਕਿਵੇਂ ਸਾਡੀ ਜ਼ਿੰਦਗੀ ਬਦਲੀ ਹੈ। ਕੋਵਿਡ ਕਰੋਨਾ ਸਮੇਂ ਨੇ ਇਹ ਸਾਬਿਤ ਕੀਤਾ ਹੈ ਕਿ ਕੰਪਿਊਟਰ ਐਂਡ ਟੈਕਨੋਲੋਜੀ ਦੇ ਨਾਲ ਹੀ ਅਸੀਂ ਕਿਸੇ ਵੀ ਸਮੱਸਿਆ ਦਾ ਮੁਕਾਬਲਾ ਕਰ ਸਕਦੇ ਹਾਂ। ਅੱਜ ਅਸੀਂ ਆਨਲਾਈਨ ਪੜ੍ਹਾਈ ਕਰ ਰਹੇ ਹਾਂ, ਆਨਲਾਈਨ ਸਮਾਨ ਮੰਗਵਾ ਰਹੇ ਹਾਂ, ਰੋਜ਼ਮਰਾ ਦੀਆਂ ਜ਼ਿਆਦਾਤਰ ਜ਼ਰੂਰਤਾਂ ਆਨਲਾਈਨ ਹੀ ਪੂਰੀਆਂ ਹੋ ਰਹੀਆਂ ਹਨ, ਜਿਸ ਵਿੱਚ ਕੰਪਿਊਟਰ ਐਂਡ ਟੈਕਨੋਲੋਜੀ ਦਾ ਸਭ ਤੋਂ ਵੱਡਾ ਯੋਗਦਾਨ ਹੈ। ਅੱਜ ਦੀ ਵਰਕਸ਼ਾਪ ਤੋਂ ਪਹਿਲਾਂ SD ਕਾਲਜ ਦੁਆਰਾ ਕਰਵਾਏ ਜਾ ਰਹੇ ਵੱਖ-ਵੱਖ ਕੰਪਿਊਟਰ ਕੋਰਸਿਸ ਬਾਰੇ ਦੱਸਦਿਆਂ ਮੈਨੂੰ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ। ਇਸ ਲੜੀ ਵਿੱਚ ਸਭ ਤੋਂ ਪਹਿਲਾ ਕੋਰਸ ਹੈ BCA, that stands for Bachelor of Computer Applications, ਜੋ ਕਿ ਇੱਕ ਅੰਡਰ ਗ੍ਰੈਜੂਏਟ ਕੋਰਸ ਹੈ। ਇਸ ਵਿੱਚ ਦਾਖਲਾ ਲੈਣ ਲਈ ਤੁਹਾਨੂੰ +2 ਕਿਸੇ ਵੀ ਸਟਰੀਮ ਵਿੱਚ ਪਾਸ ਕੀਤੀ ਹੋਣੀ ਲਾਜ਼ਮੀ ਹੈ। ਇਹ 3 ਸਾਲ ਦਾ ਕੋਰਸ ਹੈ ਜਿਸ ਵਿੱਚ 6 ਸਮੈਸਟਰਸ ਹੁੰਦੇ ਹਨ। ਇਸ ਕੋਰਸ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਕਿਉਂਕਿ ਇਸ ਨੂੰ ਕਰਨ ਨਾਲ ਤੁਸੀਂ ਅੱਗੇ MCA ਜਾਂ MBA ਕਰਕੇ MBA ਦੀ ਪੜ੍ਹਾਈ ਕਰਕੇ ਸੌਫਟਵੇਅਰ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹੋ। ਇਸ ਕੋਰਸ ਵਿੱਚ ਕੰਪਿਊਟਰ ਦੇ ਬੇਸਿਕ ਤੋਂ ਲੈ ਕੇ ਐਡਵਾਂਸ ਸਬਜੈਕਟਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਅੱਜ ਕੱਲ ਕਿਸੇ ਵੀ ਜੌਬ ਲਈ ਕੰਪਿਊਟਰ ਨੌਲੇਜ ਇੱਕ ਮੁੱਢਲੀ ਜ਼ਰੂਰਤ ਹੈ ਤੇ BCA ਕਰਕੇ ਤੁਸੀਂ ਆਸਾਨੀ ਨਾਲ ਕਿਸੇ ਵੀ ਜੌਬ ਲਈ ਅਪਲਾਈ ਕਰ ਸਕਦੇ ਹੋ। ਕੰਪਿਊਟਰ ਦੇ ਨਾਲ ਸੰਬੰਧਿਤ ਦੂਸਰਾ ਅੰਡਰ ਗ੍ਰੈਜੂਏਟ ਕੋਰਸ ਹੈ BSc ਵਿਦ ਕੰਪਿਊਟਰਸ। ਇਸ ਲਈ ਤੁਹਾਨੂੰ +2 ਨਾਨ ਮੈਡੀਕਲ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ। ਇਸ ਕੋਰਸ ਵਿੱਚ ਦਾਖਲਾ ਲੈਣ ਲਈ ਤੁਸੀਂ ਕੈਮਿਸਟਰੀ ਦੀ ਜਗ੍ਹਾ ਤੇ ਕੰਪਿਊਟਰ ਐਪਲੀਕੇਸ਼ਨਸ ਵਿਸ਼ੇ ਦੀ ਪੜ੍ਹਾਈ ਕਰੋਗੇ, ਜਿਸ ਨਾਲ ਤੁਸੀਂ ਸਾਇੰਸ ਦੀ ਪੜ੍ਹਾਈ ਨਾਲ ਕੰਪਿਊਟਰ ਦੀ ਵੀ ਜਾਣਕਾਰੀ ਹੋ ਜਾਂਦੀ ਹੈ, ਜੋ ਕਿ ਅੱਗੇ ਜਾ ਕੇ ਵਿਦਿਆਰਥੀਆਂ ਦੇ ਬਹੁਤ ਕੰਮ ਆਉਂਦੀ ਹੈ। ਉਹ ਹਰ ਜੌਬ ਲਈ ਅਪਲਾਈ ਕਰ ਸਕਦੇ ਹਨ ਜਿੱਥੇ ਕੰਪਿਊਟਰ ਦੀ ਜਾਣਕਾਰੀ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਅਗਰ ਕੋਈ ਵਿਦਿਆਰਥੀ BA ਵਿੱਚ ਦਾਖਲਾ ਲੈਂਦਾ ਹੈ ਤਾਂ ਵੀ ਉਹ ਕੰਪਿਊਟਰਸ ਨੂੰ ਐਜ਼ ਅ ਸਬਜੈਕਟ ਲੈ ਸਕਦਾ ਹੈ। BSc ਵਿਦ ਕੰਪਿਊਟਰਸ ਐਂਡ BA ਵਿਦ ਕੰਪਿਊਟਰਸ ਵਾਲੇ ਵਿਦਿਆਰਥੀਆਂ ਦਾ ਕੰਪਿਊਟਰ ਸਬਜੈਕਟ ਦਾ ਸਿਲੇਬਸ ਇੱਕੋ ਜਿਹਾ ਹੀ ਹੁੰਦਾ ਹੈ। ਇਸ ਕੋਰਸ ਦੌਰਾਨ ਕੰਪਿਊਟਰਸ ਦੀ ਨਾ ਕੇਵਲ ਬੇਸਿਕ ਜਾਣਕਾਰੀ ਬਲਕਿ ਕੰਪਿਊਟਰ ਲੈਂਗੁਏਜਸ ਦੇ ਨਾਲ ਹੋਰ ਸਬਜੈਕਟਸ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਹੁਣ ਅਗਰ ਗੱਲ ਕਰੀਏ ਪੋਸਟ ਗ੍ਰੈਜੂਏਟ ਕੋਰਸਿਸ ਦੀ ਤਾਂ ਸਭ ਤੋਂ ਪਹਿਲਾ ਕੋਰਸ ਹੈ PGDCA, ਜੋ ਕਿ 1 ਸਾਲ ਦਾ PG ਡਿਪਲੋਮਾ ਹੈ। ਇਸ ਵਿੱਚ ਦਾਖਲਾ ਲੈਣ ਲਈ ਵਿਦਿਆਰਥੀ ਨੂੰ ਗ੍ਰੈਜੂਏਟ ਹੋਣਾ ਲਾਜ਼ਮੀ ਹੈ। ਇਸ ਕੋਰਸ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਬੇਸਿਕ ਜਾਣਕਾਰੀ ਤੋਂ ਇਲਾਵਾ ਇੰਟਰਨੈਟ ਐਂਡ ਈ-ਕਾਮਰਸ ਤੋਂ ਭਾਵ ਇੰਟਰਨੈਟ ਉੱਪਰ ਆਨਲਾਈਨ ਖਰੀਦਦਾਰੀ ਆਦਿ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਅਗਲਾ ਪੋਸਟ ਗ੍ਰੈਜੂਏਟ ਕੋਰਸ ਹੈ MSc IT, that stands for Master of Science in Information Technology, ਜੋ ਕਿ 2 ਸਾਲ ਦਾ ਕੋਰਸ ਹੈ ਜਿਸ ਵਿੱਚ 4 ਸਮੈਸਟਰ ਹਨ। ਇਸ ਕੋਰਸ ਵਿੱਚ ਦਾਖਲਾ ਲੈਣ ਲਈ ਤੁਹਾਨੂੰ ਕਿਸੇ ਵੀ ਸਟਰੀਮ ਵਿੱਚ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਇਸ ਕੋਰਸ ਵਿੱਚ ਤੁਸੀਂ ਕੰਪਿਊਟਰ ਦੇ ਬੇਸਿਕ ਕਨਸੈਪਟਸ ਦੇ ਨਾਲ ਐਡਵਾਂਸ ਕਨਸੈਪਟਸ ਦੀ ਪੜ੍ਹਾਈ ਕਰੋਗੇ। ਇਸ ਦੇ ਨਾਲ ਹੀ ਇੱਕ ਹੋਰ ਕੋਰਸ ਹੈ MSc IT Lateral Entry, ਜਿਸ ਵਿੱਚ ਸਿਰਫ ਉਹੀ ਸਟੂਡੈਂਟਸ ਦਾਖਲਾ ਲੈ ਸਕਦੇ ਹਨ ਜਿਨ੍ਹਾਂ ਨੇ
1 ਸਾਲ ਦਾ PGDCA ਕੋਰਸ ਕੀਤਾ ਹੋਇਆ ਹੈ। ਇਹ 1 ਸਾਲ ਦਾ ਹੀ ਕੋਰਸ ਹੈ। ਇਸ ਨੂੰ ਕਰਨ ਨਾਲ ਵਿਦਿਆਰਥੀ ਮਾਸਟਰਸ ਦੀ ਡਿਗਰੀ ਪ੍ਰਾਪਤ ਕਰ ਸਕਦੇ ਹਨ। ਇਹਨਾਂ ਕੋਰਸਿਸ ਨੂੰ ਕਰਨ ਤੋਂ ਬਾਅਦ ਤੁਸੀਂ ਸੌਫਟਵੇਅਰ ਇੰਜੀਨੀਅਰ ਦੀ ਜੌਬ ਪ੍ਰਾਪਤ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਵੀ ਸਕੂਲ, ਕਾਲਜ, ਯੂਨੀਵਰਸਿਟੀ ਵਿੱਚ ਐਜ਼ ਅ ਕੰਪਿਊਟਰ ਟੀਚਰ ਜਾਂ ਫਿਰ ਐਜ਼ ਅ ਕੰਪਿਊਟਰ ਇੰਸਟ੍ਰਕਟਰ ਦੀ ਜੌਬ ਵੀ ਕਰ ਸਕਦੇ ਹੋ। ਹੁਣ ਮੈਂ ਬਹੁਤਾ ਸਮਾਂ ਨਾ ਲੈਂਦੇ ਹੋਏ ਹੈਂਡਓਵਰ ਕਰਦੀ ਹਾਂ ਪ੍ਰੋਫੈਸਰ ਗੌਰਵ ਸਿੰਗਲਾ ਜੀ ਨੂੰ। ਥੈਂਕ ਯੂ ਐਂਡ ਓਵਰ ਟੂ ਯੂ ਸਰ। Thank you शिपाली मैम। ਹੁਣ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਗੁਜ਼ਾਰਿਸ਼ ਕਰਾਂਗਾ ਪ੍ਰੋਫੈਸਰ ਆਸ਼ੂਤੋਸ਼ ਤਰਨੀ ਜੀ ਨੂੰ ਕਿ ਉਹ ਅੱਜ ਦੀ ਵਰਕਸ਼ਾਪ ਦਾ ਟੈਕਨੀਕਲ ਸੈਸ਼ਨ ਸ਼ੁਰੂ ਕਰਨ। ਥੈਂਕ ਯੂ। ਓਵਰ ਟੂ ਆਸ਼ੂਤੋਸ਼ ਸਰ। Thank you, Gaurav. Worthy management and respected principal madam, thanks for giving me an opportunity to share my experience to use of MS Excel and MS Word. I'm going to share my screen. Today we are going to discuss Microsoft Excel and MS Word. Mostly MS Word पुनीत जिंदल जी ने लास्ट वर्कशॉप ਦੇ ਵਿੱਚ ਆਪਣਾ ਕਵਰ ਕਰ ਦਿੱਤਾ ਸੀ। ਅੱਜ ਆਪਾਂ ਡਿਸਕਸ ਕਰਾਂਗੇ ਸਿੰਪਲ ਕੈਲਕੂਲੇਸ਼ਨ ਯੂਜ਼ਿੰਗ ਸੈਲ ਰੈਫਰੈਂਸਿੰਗ। ਸੈਲ ਰੈਫਰੈਂਸਿੰਗ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਐਕਸਲ ਦਾ। ਮੈਂ ਸਮਝਦਾ ਹਾਂ ਕਿ ਬੇਸ ਹੈ ਐਕਸਲ ਦਾ। ਸਿੰਪਲ ਕੈਲਕੂਲੇਸ਼ਨਸ ਨਾਲ ਆਪਾਂ MS ਐਕਸਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ। ਸੈਲ ਰੈਫਰੈਂਸਿੰਗ ਹੈ ਕਿ ਰੋਜ਼ ਐਂਡ ਕਾਲਮਸ ਆਪਾਂ ਜਾਣਦੇ ਹਾਂ ਵਰਕਸ਼ੀਟਸ ਦੇ ਵਿੱਚ ਰੋਜ਼ ਐਂਡ ਕਾਲਮਸ ਹੁੰਦੀਆਂ ਨੇ। ਕਿਸੇ ਵੀ ਰੋ ਐਂਡ ਕਾਲਮ ਦੀ ਇੰਟਰਸੈਕਸ਼ਨ ਦੇ ਉੱਪਰ ਜੋ ਸੈਲ ਫਾਰਮ ਹੁੰਦਾ ਹੈ ਉਹਨੂੰ ਆਪਾਂ ਉਹਦੇ ਨਾਮ ਨਾਲ ਯਾਦ ਰੈਫਰ ਕਰਦੇ ਹਾਂ ਕਾਲਮ ਐਂਡ ਰੋ। ਸਪੋਜ਼ this cell is referred as A1. Importance of cell referencing, ਜਦੋਂ ਵੀ ਆਪਾਂ ਕੋਈ ਸੈਲ ਰੈਫਰੈਂਸ ਲਾ ਕੇ ਯੂਜ਼ ਕਰਕੇ ਕੋਈ ਫਾਰਮੂਲਾ ਲਗਾਉਂਦੇ ਆ ਉਸ ਤੋਂ ਬਾਅਦ ਜਦੋਂ ਆਪਾਂ ਫਾਰਮੂਲੇ ਤੋਂ ਬਾਅਦ ਉਸ ਦੇ ਵਿੱਚ ਵੈਲਿਊਜ਼ ਚੇਂਜ ਕਰਦੇ ਆ ਤਾਂ ਆਟੋਮੈਟਿਕਲੀ ਵਿਦਆਊਟ ਚੇਂਜਿੰਗ ਐਨੀ ਫਾਰਮੂਲਾ ਆਪਾਂ ਡਿਜ਼ਾਇਰਡ ਰਿਜ਼ਲਟਸ ਆਪਣੇ ਰਿਫਲੈਕਟ ਕਰਦੇ ਨੇ ਆਟੋਮੈਟਿਕਲੀ। ਸੈਲ ਰੈਫਰੈਂਸਿੰਗ ਤਿੰਨ ਤਰੀਕੇ ਦੀ ਹੈ ਰਿਲੇਟਿਵ, ਐਬਸੋਲੂਟ ਐਂਡ ਮਿਕਸਡ। ਬਾय डिफॉल्ट सेल रेफरेंसिंग रिलेटिव रेफरेंसिंग एक्सेल यूज करता है। बाय डिफॉल्ट तो मीनिंग जो ऑटोमैटिक है जो आप ऑन करते हैं जो आप कोई चीज़ कोई भी प्रोडक्ट परचेज करते हैं ਜਿਹੜੀਆਂ ਉਹਦੀਆਂ ਫੈਕਟਰੀ ਸੈਟਿੰਗਸ ਹੁੰਦੀਆਂ ਨੇ ਉਹਨੂੰ ਆਪਾਂ ਡਿਫਾਲਟ ਸੈਟਿੰਗਸ ਵੀ ਕਹਿ ਦਿੰਦੇ ਹਾਂ। ਲੈਟ ਅਸ ਟੇਕ ਐਨ ਐਗਜ਼ਾਮਪਲ। ਆਪਣੇ ਕੋਲ ਕੁਝ ਡੇਟਾ ऑलरेडी फीड किया होया है। Here is roll number, name, marks of English subject, marks of Punjabi and marks of computers. In this cell is H5. You can see here this cell is H5 because H is the column and 5 is the fifth row. We apply here simple formula, addition formula, by using this E5 plus F5 plus G5. It simply calculates and give results here to 211. This is the total. Relative referencing means when we drag this formula or copy this formula in any direction, suppose downwards, it changes reference of the cells relatively. In this way, at here cell referencing shows formula bar shows E5 plus F5 plus G5, and in the next row it automatically changes to
6, E6, F6 or and G6. If we drag this formula towards the right side, it increments column. If we drag this formula upwards, it decrements row. If we drag this formula towards left, it decrements column. Now, whenever you change the values in any cell, it reflects automatically in the resultant cell in this way. This is the relative referencing. And the second one is fixed referencing. Here we type 5 in the K3 cell. Suppose we have to add this cell here plus K3. Now we will copy this formula by dragging it downwards. K3 ਦੀ value 185 ਦੇ ਵਿੱਚ ਤਾਂ ਐਡ ਹੋ ਗਈ ਇੱਥੇ E5 plus F5 plus G5 plus K3 ਪਰ 216 ਦੇ ਵਿੱਚ ਇਹ ਨਹੀਂ ਐਡ ਹੋਇਆ ਕਿਉਂਕਿ ਜਿਹੜੀ ਐਕਸਲ ਦੀ ਪਾਵਰ ਹੈ that is relative referencing by default ਯੂਜ਼ ਕਰਦਾ ਹੈ ਜਦੋਂ ਆਪਾਂ ਫਾਰਮੂਲੇ ਨੂੰ ਡਾਊਨਵਰਡਸ ਡਰੈਗ ਕੀਤਾ ਤਾਂ ਉੱਥੇ ਕੀ ਹੋਇਆ ਉੱਥੇ ਆਟੋਮੈਟਿਕਲੀ ਉਹਨੇ K4 ਯੂਜ਼ ਕਰ ਲਿਆ ਮੈਂ ਲਾਸਟ ਕਾਲਮ ਇਸੇ ਕਰਕੇ ਤੁਹਾਨੂੰ ਸ਼ੋ ਕੀਤਾ 0 ਇੱਥੇ ਕਿ ਆਪਾਂ ਨੂੰ ਪਤਾ ਚੱਲ ਜੇ ਕਿ ਵੈਲਿਊ ਉੱਥੇ ਆਟੋਮੈਟਿਕਲੀ ਸੈਲ ਦਾ ਰੈਫਰੈਂਸ ਚੇਂਜ ਹੋ ਕੇ ਕੁਝ ਹੋਰ ਹੋ ਗਿਆ K13 ਹੋ ਗਿਆ ਐਂਡ ਸੋ ਔਨ now we have to fix the reference of this cell we have to use absolute reference how can we use this reference absolute we have to put dollar before the column and dollar before the row now we will copy it again. Now at every cell we have K3 as fixed absolute value of the K3 cell. These are the relative referencing examples of relative referencing and fixed referencing. Now come to another example of mixed referencing. Mixed referencing in Excel is a type of cell reference. Suppose we want to fix the value of the D15 column of the D15 cell. I will show it to you practically. Suppose we want to create a table. We have to calculate here 5% of the 100, 10% of the 100, and 15% of the 100, 15% of the 200, 10, 5% of the 200, 300 and so on. We have to apply here formula 100 value 100 is in C15 this multiply by this and divided by 100 and we get 5% of the 100 now we copy this formula towards right ਪਰ ਇੱਥੇ ਵੈਲਿਊਜ਼ ਕੁਝ ਹੋਰ ਆ ਰਹੀਆਂ ਨੇ ਰਿਜ਼ਲਟਸ ਜੋ ਆਪਾਂ ਨੂੰ ਆਉਣੇ ਚਾਹੀਦੇ ਸੀ ਉਹ ਰਿਜ਼ਲਟਸ ਇੱਥੇ ਨਹੀਂ ਅਵੇਲੇਬਲ ਹੋ ਰਹੇ ਉਹਦਾ ਰੀਜ਼ਨ ਉਹੀ ਚੀਜ਼ ਕਿ ਬਾਈ ਡਿਫਾਲਟ ਰਿਲੇਟਿਵ ਰੈਫਰੈਂਸਿੰਗ ਐਕਸਲ ਯੂਜ਼ ਕਰਦਾ ਹੈ ਫਾਰਮੂਲਾ ਨੂੰ ਡਰੈਗ ਕੀਤਾ ਤੇ ਇੱਥੇ C15 ਸੀ ਜਦੋਂ ਆਪਾਂ ਇੱਥੇ ਗਏ ਉੱਥੇ ਆਟੋਮੈਟਿਕਲੀ ਉਹਨੇ ਉਸ ਨੂੰ D15 ਕਰ ਲਿਆ ਜੋ ਕਿ ਆਪਣੀ ਵੈਲਿਊ ਐਕਚੁਅਲਸ ਕਿੱਥੇ ਹੈ C15 ਚ ਆਪਾਂ ਨੂੰ ਇੱਥੇ C ਕਾਲਮ ਨੂੰ ਫਿਕਸ ਕਰਨਾ ਪੈਣਾ ਉਹ ਆਪਾਂ ਕਿਵੇਂ ਕਰਾਂਗੇ ਬਾਈ ਯੂਜ਼ਿੰਗ dollar can we fix 15 we can't because we have to use 200 also 200 ਕਿੱਥੇ C16 ਦੇ ਵਿੱਚ
ਆਪਾਂ ਇਸ ਫਾਰਮੂਲਾ ਨੂੰ ਐਜ਼ ਇਟ ਇਜ਼ ਹੀ ਕਾਪੀ ਕਰਦੇ ਹਾਂ, ਇੱਕ ਕਾਲਮ ਫਿਕਸ ਕਰਤਾ ਤੇ ਰੋ ਆਪਾਂ ਨੂੰ ਫ੍ਰੀ ਛੱਡਣੀ ਪੈਗੀ। ਕਾਫੀ ਹੱਦ ਤੱਕ ਠੀਕ ਹੋ ਗਿਆ ਪਰ ਕੰਪਲੀਟ ਨਹੀਂ ਠੀਕ ਹੋਇਆ। ਉਹਦਾ ਰੀਜ਼ਨ ਕੀ ਹੈ? 300 ਦਾ 5 ਇੱਥੇ 15 ਆਣਾ ਚਾਹੀਦਾ ਸੀ। ਉਸਦਾ ਰੀਜ਼ਨ ਇਹ ਹੈ ਕਿ ਇੱਥੇ D14 ਆਪਾਂ ਯੂਜ਼ ਕੀਤਾ। ਜਦੋਂ ਆਪਾਂ D14 ਨੂੰ ਡਾਊਨਵਰਡਸ ਡਰੈਗ ਕੀਤਾ ਤਾਂ ਉਹਨੇ ਉੱਥੇ D15 ਯੂਜ਼ ਕਰ ਲਿਆ। ਹਾਲਾਂਕਿ ਆਪਣਾ ਜਿਹੜਾ 5% ਹੈ ਉਹ ਇੱਥੇ ਪਲੇਸਡ ਹੈ 14 ਦੇ ਵਿੱਚ, ਐਂਡ ਇੱਥੇ ਉਹਨੇ ਕੀ ਯੂਜ਼ ਕਰ ਲਿਆ? D16 ਯੂਜ਼ ਕਰ ਲਿਆ। ਵੀ ਹੈਵ ਟੂ ਫਿਕਸ 14 also by placing $sign. Now we copy again this formula. ਹੁਣ ਇਹ ਪਰਫੈਕਟਲੀ ਫਾਰਮੂਲਾ ਆਪਣਾ ਇੰਪਲੀਮੈਂਟ ਹੋ ਚੁੱਕਿਆ ਹੈ। ਐਕਸਲ ਦੇ ਵਿੱਚ ਜਾਂ ਕਿਸੇ ਵੀ ਸੌਫਟਵੇਅਰ ਦੇ ਵਿੱਚ ਜਦੋਂ ਆਪਾਂ ਕੋਈ ਫਾਰਮੂਲਾ ਇੰਪਲੀਮੈਂਟ ਕਰਨਾ ਹੈ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਸਿੰਪਲ ਵੈਲਿਊਜ਼ ਦੇ ਉੱਪਰ ਉਹਨੂੰ ਟੈਸਟ ਕਰੀਏ ਤੇ ਉਸ ਤੋਂ ਬਾਅਦ ਕਿੰਨੇ ਵੀ ਕੰਪਲੈਕਸ ਵੈਲਿਊਜ਼ ਫੀਡ ਕਰਕੇ ਉਸਦੇ ਰਿਜ਼ਲਟਸ ਆਪਾਂ ਲੈ ਸਕੀਏ ਇਨ ਐਨੀ ਵੇ। ਇਦੋਂ ਫਾਸਟ ਕੈਲਕੂਲੇਸ਼ਨ ਕੋਈ ਹੋਰ ਸੌਫਟਵੇਅਰ ਨਹੀਂ ਪ੍ਰੋਵਾਈਡ ਕਰਨ ਲੱਗਿਆ। ਐਕਸਲ ਬਹੁਤ ਪਾਵਰਫੁਲ ਸੌਫਟਵੇਅਰ ਹੈ, ਇਸਨੂੰ ਆਪਾਂ ਆਪਣੇ ਵੇ ਨਾਲ ਕਿਸੇ ਵੀ ਢੰਗ ਨਾਲ ਯੂਜ਼ ਕਰ ਸਕਦੇ ਹਾਂ। ਇਹ ਤਿੰਨ ਬੇਸਿਕ ਚੀਜ਼ਾਂ ਨੇ ਰੈਫਰੈਂਸਿੰਗ ਦੇ ਪਾਰਟਸ। ਰਿਲੇਟਿਵ ਰੈਫਰੈਂਸਿੰਗ ਬਾਈ ਡਿਫਾਲਟ ਜਿਹੜੀ ਯੂਜ਼ ਹੁੰਦੀ ਹੈ, second one is absolute or fixed, and the third one is relative mixed referencing. Now again come to the result data. We can apply some formulas also here. Suppose ਆਪਾਂ ਇਹਦੀ क्लास परफॉर्मेंस टीचर ਦੀ क्लास परफॉर्मेंस देखना ਚਾਹੁੰਦੇ हैं ਤਾਂ ਆਪਾਂ ਇੱਥੇ ਫਾਰਮੂਲਾ ਲਗਾ ਸਕਦੇ ਹਾਂ ਐਵਰੇਜ। ਜਦੋਂ ਵੀ ਆਪਾਂ ਕੋਈ ਫਾਰਮੂਲਾ ਲਗਾਉਂਦੇ ਆ ਉਹਦਾ ਆਪਣੇ ਕੋਲ ਸਿੰਟੈਕਸ ਅਵੇਲੇਬਲ ਹੋ ਜਾਂਦਾ ਹੈ। ਉਹਦੇ ਵਿੱਚ ਆਪਾਂ ਉਸ ਨੂੰ ਰੇਂਜ ਦੇ ਸਕਦੇ ਹਾਂ ਇੱਥੇ ਨਾਓ ਦਿਸ ਵੇ ਬ੍ਰੈਕਟ ਕਲੋਜ਼ ਦੈਨ ਐਂਟਰ। ਇਥੋਂ ਆਪਾਂ ਕਲਾਸ ਦੀ ਪਰਫਾਰਮੈਂਸ ਐਵਰੇਜ ਚੈੱਕ ਕਰ ਸਕਦੇ ਹਾਂ। ਇਦਾਂ ਇੱਥੇ ਮਲਟੀਪਲ ਫੰਕਸ਼ਨਸ ਨੰਬਰ ਆਫ ਨਿਊਮਰਸ ਫੰਕਸ਼ਨਸ ਅਵੇਲੇਬਲ ਨੇ ਇਨ ਐਕਸਲ, ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ। ਇੱਕ ਹੋਰ ਚੀਜ਼ ਟਰਾਈ ਕਰਦੇ ਹਾਂ ਆਪਾਂ परसेंटेज कैलकुलेट करने दी। परसेंटेज ਆਪਾਂ ਕਿੱਦਾਂ कैलकुलेट ਕਰਦੇ ਹਾਂ? मार्क्स obtained into 100 divided by the total marks। तीन सब्जेक्ट ने ਆਪਾਂ ਉਸ ਨੂੰ प्लेस कर लिया। now we drag this formula in downwards ਤੇ ਉਹ ਰਿਜ਼ਲਟਸ ਆਪਾਂ ਨੂੰ ਅਵੇਲੇਬਲ ਹੋ ਗਏ। suppose we have to calculate the grade of the students। ਹੁਣ grade ਰਿਜ਼ਲਟ ਕਰਨ ਲਈ ਐਕਸਲ ਵਿੱਚ ਬਹੁਤ ਪਾਵਰਫੁਲ ਫੰਕਸ਼ਨਸ ਨੇ। एक और पावरफुल फंक्शन आप यूज करने जा रहे हैं, दैट इज इफ स्टेटमेंट। फंक्शन इफ किमें वर्क करता है? लॉजिकल टेस्ट, फर्स्ट ट्रू वैल्यू देन फॉल्स वैल्यू। सपोज आप डिसाइड कर लिया कि 89.99% जो स्टूडेंट की परसेंटेज है उसको आप ए ग्रेड देना है। 61 जो फर्स्ट है वो कितने स्टोर्ड है? दैट इज स्टोर्ड इन द I5। I5 if I5 greater than 89.99, in case of true the grade is A, and in case of false ਆਪਾਂ ਹਜੇ ਲਿਖ ਲੈਣੇ ਆ grade B। ਇਸ ਵੇ ਨਾਲ ਆਪਾਂ ਇਹਨੂੰ ਕਾਪੀ ਕਰਦੇ ਹਾਂ ਨੀਚੇ। ਪਰ ਇੱਥੇ ਦੇਖਣ ਚ ਆ ਰਿਹਾ ਹੈ ਕਿ ਕੁਝ ਸਟੂਡੈਂਟਸ ਜਿਵੇਂ 5008 ਰੋਲ ਨੰਬਰ ਹੈ, ਉਹਦੀ ਪਰਸੈਂਟੇਜ ਹੈ 36.67, ਇਹਨੇ ਉਹਨੂੰ ਵੀ B ਦਿੱਤਾ। ਯੂਜ਼ਲੀ ਕੀ ਹੈ? as we know computers have no intelligence because the user has to program it or tell it what to do। ਜੇ ਆਪਣਾ ਲੌਜਿਕ ਗਲਤ ਹੋਏਗਾ, ਇਨਕੰਪਲੀਟ ਹੋਏਗਾ ਤਾਂ ਉਦੋਂ ਦੇ ਰਿਜ਼ਲਟਸ ਆਉਣਗੇ। we have to check। ਹੁਣ ਇੱਥੇ ਆਪਾਂ ਨੂੰ ਐਟ ਪ੍ਰੈਜ਼ੈਂਟ ਜਿਹੜਾ ਆਪਣਾ ਸਟੇਟਮੈਂਟ ਸੀ if I5 greater than 89, ਇਹਦੇ ਨਾਲ ਆਪਣਾ ਕੰਮ ਨਹੀਂ ਚੱਲ ਸਕਦਾ। to use nested if। nested if यूज ਕਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਮਾਈਂਡ ਚ ਲੌਜਿਕ ਬਣਾ ਲੈਣੇ ਆ। ਉਹਦੇ ਲਈ ਆਪਾਂ ਫਲੋਜ਼ ਵੀ ਯੂਜ਼ ਕਰ ਸਕਦੇ ਹਾਂ। मैं छोटा जिहा फ्लो डायग्राम बनाया ਤੁਹਾਨੂੰ हेल्प ਕਰਨ ਲਈ।
परसेंटेज वी हैव परसेंटेज अपने को परसेंटेज है ਆਪਾਂ ਉੱਥੇ ਕੰਡੀਸ਼ਨ ਲਗਾਈ ਫਸਟ ਇਹਦੇ ਦੋ ਵੇ ਆਣਗੇ ਇੱਕ ਟਰੂ ਵਾਲਾ ਇੱਕ ਫਾਲਸ ਵਾਲਾ ਟਰੂ ਵਾਲੇ ਦੇ ਕੇਸ ਦੇ ਵਿੱਚ ਆਪਾਂ ਦੇਖ ਲਿਆ ਕਿ 89.99 ਤੋਂ ਜ਼ਿਆਦਾ ਹੈ ਤਾਂ ਗ੍ਰੇਡ A ਆਪਾਂ ਉਹਨੂੰ ਪ੍ਰੋਵਾਈਡ ਕਰਨਾ ਇਨ ਕੇਸ ਆਫ नो ਆਪਾਂ ਅੱਗੇ ਫਿਰ ਦੁਬਾਰਾ ਕੰਡੀਸ਼ਨ ਲਗਾਵਾਂਗੇ ਇਫ ਸਟੇਟਮੈਂਟ ਅਗੇਨ ਇਫ ਵਿਦਨ ਆ ਇਫ दूसरे रास्ते 89 तो घट वाला डाटा जो आ रहा है उत्थे 79.99 ਤੇ कंडीशन लगाई तो ग्रेड बी उसे पैटर्न से 69 से लगाई एक और लास्ट स्टेटमेंट लगाई फंक्शन लगाया अपना इफ द if percentage greater than 39.99 then grade is D otherwise fail इस चीज ਨੂੰ ਆਪਾਂ ਐਕਸਲ ਦੇ ਵਿੱਚ ਕਿਵੇਂ ਇੰਪਲੀਮੈਂਟ ਕਰ ਸਕਦੇ ਹਾਂ again if I5 greater than 79.99 fit true the case B if the else the case again if bracket start I5 greater than 69.99 grade is C again if I5 greater than 39.99 कुछ भी ਆਪਾਂ ਰੱਖ ਸਕਦੇ ਹਾਂ ਜੋ ਆਪਣੇ ਰੂਲਸ ਨੇ ਆਰਗੇਨਾਈਜੇਸ਼ਨ ਦੇ then grade is D and in case of false fail जिन्हें ब्रैकेट ने ਆਪਾਂ ਉਹਨੇ क्लोज कर दो सिक्सटी वन से उन्हें डी दिता है 69.99 तो सी सीगा अपना उसको अदरवाइज उन्होंने मोर देन 39 होएगा तो डी आ जाएगा इस फॉर्मूला ਨੂੰ ਆਪਾਂ ਕਾਪੀ ਕਰਦੇ ਹਾਂ ਨੀਚੇ ਡਾਊਨਵਰਡਸ ਤੇ ਵੈਲਿਊਜ਼ ਰਿਫਲੈਕਟ ਕਰ ਜਾਣਗੀਆਂ ਇਸ ਕਾਲਮ ਦੀ ਆਪਾਂ ਗੱਲ ਕੰਸੀਡਰ ਕਰਕੇ ਚੱਲੇ ਸੀ 35 36 110 ਤੇ ਸਟੂਡੈਂਟ ਫੇਲ ਆਪਾਂ 40% ਤੋਂ ਨੀਚੇ ਫੇਲ ਦੀ ਆਪਸ਼ਨ ਰੱਖੀ ਸੀ in this way we can calculate typical calculations फर्स्ट आप सिंपल डाटा ते कर लो हुण अपने को डाटा बहुत ज़्यादा है उते इंप्लीमेंट करके तुसीं इनू यूज कर सकते हो इन दैट वे one more function we have to discuss suppose अपने को एक VLOOKUP फंक्शन बहुत पावरफुल फंक्शन ये भी एक्सेल दा अपने को एम्प्लॉइज डेटा है ਉਹਦੇ ਵਿੱਚ ਆਪਣੇ ਕੋਲੇ ਆਈਡੀਜ਼ ਨੇ ਫਸਟ ਨੇਮ ਹੈ ਲਾਸਟ ਨੇਮ ਹੈ ਐਂਡ ਸੈਲਰੀਜ਼ ਹੈਗੀਆਂ ਨੇ ਆਪਾਂ ਕਿਸੇ ਪਾਰਟਿਕੂਲਰ ਆਈਡੀ ਦੀ 78 ਆਈਡੀ ਹੈ ਉਸ ਦੀ ਆਪਾਂ ਚੈੱਕ ਕਰਨਾ ਹੈ ਕਿ ਇਹਦੀ ਸੈਲਰੀ ਕਿੰਨੀ ਹੈ ਉਹ ਆਪਾਂ ਕਿਵੇਂ ਚੈੱਕ ਕਰ ਸਕਦੇ ਹਾਂ ਆਪਾਂ ਫੰਕਸ਼ਨ ਹੈ VLOOKUP ਇਸ ਦਾ ਸਿੰਟੈਕਸ VLOOKUP वैल्यू अपनी है H5 स्टोर्ड है देन कॉमा अरे ऑफ टेबल अरे ओपन दे दिता देन कॉमा किहड़े कॉलम की वैल्यू आपां लेनी है फर्स्ट आईडी इज इन द फर्स्ट नेम सेकंड च है थर्ड लास्ट नेम थर्ड च है एंड द सैलरी इज इन द फोर्थ अपन एग्जैक्ट वैल्यू चाहिए तो आप इत्थे टाइप करांगे फॉल्स 78 दी सैलरी 25,000 उन्हें अपन डाटा फैच करता है अपने को बहुत बड़ा डाटा है अपन उसके बच्चों कोई पर्टिकुलर डाटा फैच करना है अपन बाय यूजिंग VLOOKUP अपन फैच कर सकते किसी भी वैल्यू सपोज 89 का देखना है तो 89 प्लेस करो एक बार तुसी फॉर्मूला थ्रू कर लिया तो उसके बाद उन्होंने किसी भी वे नाल यूज कर सकते एक्सेल होर बहुत फंक्शंस ने अपन किसी भी फंक्शन का सिंटैक्स बेसिक्स एक्सेल के अपन पता होने चाहिए ने एक्सेल का बेसिक्स की है सैल रेफरेंसिंग है उन्होंने आप समझ लीए चंगी तरह नाल उस तो बाद आप कोई भी फॉर्मूला अप्लाई करके उसका सिंटैक्स रीड करके उन्होंने आप यूज कर सकते
एक्सेल मोस्टली सारा पुनीत सर ने करा दिता सी। वर्ड दे आपां गल करिए MS वर्ड दी, MS वर्ड दे विच जिन्ना उन्होंने टॉपिक्स दसे भी पैरा अलाइनमेंट है ਜਾਂ ਲੈਫਟ ਅਲਾਈਨਮੈਂਟ ਹੈ, ਰਾਈਟ ਅਲਾਈਨਮੈਂਟ ਹੈ, ਉਹ ਸਾਰੇ ਕਾਮਨ ਨੇ ਐਕਸਲ ਦੇ ਵਿੱਚ, ਜੇ ਐਕਸਲ ਸੀਗੇ ਜਾਂ ਵਰਡ ਸੀਗੇ। ਵਰਡ ਦਾ ਇੱਕ ਟੌਪਿਕ, ਮੇਜਰ ਟੌਪਿਕ ਮੇਲ ਮਰਜ, ਉਹ ਮੈਂ ਤੁਹਾਨੂੰ ਜ਼ਰੂਰ ਕਰਨਾ ਚਾਹਾਂਗਾ। ਜਿਵੇਂ ਆਪਾਂ ਪਹਿਲਾਂ ਕਿਸੇ ਟਾਈਮ ਦੀ ਗੱਲ ਕਰਦੇ ਹਾਂ, ਜੇ ਕਿਸੇ ਕੋਲ ਥੋੜੀ ਜਿਹੀ ਹਿਸਟਰੀ ਦੇਖ ਲਈਏ ਕਿਸੇ ਚੀਜ਼ ਦੀ, ਉਹਦਾ ਕੁਝ ਥੋੜਾ ਜਿਹਾ ਸਮਝਣ ਚ ਆਪਾਂ ਨੂੰ ਸੌਖ ਕਰ ਦਿੰਦੀ ਆ ਉਹ। ਜਿਵੇਂ ਪਹਿਲਾਂ ਟਾਈਪ ਰਾਈਟਿੰਗ ਪਹਿਲਾਂ ਵੀ ਚੱਲਦੀ ਸੀ, ਟਾਈਪ ਰਾਈਟਰਸ ਤੇ ਚੱਲਦੀ ਸੀ, ਉਹ ਮਕੈਨੀਕਲ ਪਾਰਟ ਸੀਗੇ। ਉਹਦੇ ਵਿੱਚ ਆਲਰੇਡੀ ਆਪਾਂ ਨੂੰ ਫਸਟ ਇੰਸਟੈਂਸ ਦੀ ਡਿਸਾਈਡ ਕਰਨਾ ਪੈਂਦਾ ਸੀ, ਆਪਾਂ ਲੈਟਰ ਪੰਜਾਬੀ ਚ ਲਿਖਣਾ ਹੈ ਜਾਂ ਆਪਾਂ ਇੰਗਲਿਸ਼ ਲਿਖਣਾ ਹੈ। ਤਾਂ ਉਹ ਜਿਹੇ ਟਾਈਪ ਰਾਈਟਰ ਤੇ ਆਪਾਂ ਜਾਵਾਂਗੇ। ਪੇਪਰ ਸਾਈਜ਼ ਆਪਣੇ ਪ੍ਰਿੰਟਰ ਲੈਟਰ ਦਾ ਕਿਹੜਾ ਹੋਏਗਾ, ਉਹ ਰੋ ਵੀ ਲੈਟਰ ਆਪਾਂ ਰੋਲ ਕਰਕੇ ਟਾਈਪਿੰਗ ਸਟਾਰਟ ਕਰਦੇ ਸੀ। ਪਰ ਵਰਡ ਦੇ ਵਿੱਚ ਸਟੋਰੇਜ ਹੈ, ਵੀ ਕੈਨ ਸੇਵ ਡੇਟਾ, ਆਫਟਰ ਸੇਵਿੰਗ ਵੀ ਕੈਨ ਰਿਟਰੀਵ ਦੈਟ। ਉਸ ਕਰਕੇ ਆਪਾਂ ਇਹ ਵੀ ਕਰ ਸਕਦੇ ਹਾਂ ਕਿ ਆਪਾਂ ਟਾਈਪਿੰਗ ਤੇ ਫਾਰਮੈਟਿੰਗ ਨੂੰ, ਸਟਾਈਲਸ ਨੂੰ ਡਿਫਰੈਂਟ ਰੱਖ ਲਈਏ। ਪਹਿਲਾਂ ਸਿੰਪਲੀ ਆਪਾਂ ਉਹਨੂੰ ਟਾਈਪ ਕਰ ਲਈਏ। ਟਾਈਪ ਕਰਨ ਦੇ ਕੁਝ ਰੂਲਸ ਨੇ, ਬੇਸਿਕ ਰੂਲਸ, ਬੜੇ ਸਿੰਪਲ ਰੂਲਸ ਨੇ ਕਿ ਜਦੋਂ ਆਪਾਂ ਕੋਈ ਸਪੇਸ ਬਾਰ ਆਪਾਂ ਕਿੱਥੇ ਯੂਜ਼ ਕਰਨੀ ਹੈ। ਸਪੇਸ ਬਾਰ ਸਿਰਫ ਆਪਾਂ ਨੂੰ ਉੱਥੇ ਯੂਜ਼ ਕਰਨੀ ਚਾਹੀਦੀ ਹੈ ਜਿੱਥੇ ਆਪਾਂ ਦੋ ਵਰਡਸ ਨੂੰ ਸੈਪਰੇਟ ਆਊਟ ਕਰਦੇ। ਦੋ ਵਰਡਸ ਨੂੰ ਸੈਪਰੇਟ ਕਰਨ ਦੇ ਲਈ ਇੱਕ ਵਰਡ ਆਪਣਾ ਕੰਪਲੀਟ ਹੋ ਗਿਆ ਤੇ ਦੂਸਰਾ ਵਰਡ ਆਪਾਂ ਟਾਈਪ ਕਰਨਾ ਸਟਾਰਟ ਕਰਨਾ ਹੈ, ਤਾਂ ਉਦੋਂ ਆਪਾਂ ਸਪੇਸ ਬਾਰ ਯੂਜ਼ ਕਰਨੀ ਚਾਹੀਦੀ ਹੈ। ਅਦਰਵਾਈਜ਼ ਸਪੇਸ ਬਾਰ ਦਾ ਕੋਈ ਯੂਜ਼ ਨਹੀਂ ਹੈ ਵਰਡ ਦੇ ਵਿੱਚ। ਆਪਾਂ ਨੂੰ ਟਰਬਲਸ ਹੀ ਕਰਨੀ ਹੈ। ਫਾਰਮੈਟਿੰਗ ਦੇ ਵਿੱਚ ਆਪਾਂ ਲਗਾਵਾਂਗੇ, ਆਪਾਂ ਇੱਕ ਲੈਟਰ ਟਾਈਪ ਕਰ ਲਿਆ ਸਟੈਂਡਰਡ ਫਾਰਮੈਟ ਦੇ ਵਿੱਚ, ਜਦੋਂ ਉਸ ਨੂੰ ਆਪਾਂ ਲੈਟਰ ਹੈਡ ਦੇ ਉੱਪਰ ਜਾਂ A4 ਦੇ ਵਿੱਚ ਜਾਂ A3 ਜਾਂ ਲੀਗਲ ਸਾਈਜ਼ ਦੇ ਉੱਪਰ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਨੂੰ ਟਰਬਲ ਰਹੇਗੀ। ਆਈ ਇੱਕ ਹੋਰ ਚੀਜ਼, ਆਪਾਂ ਐਂਟਰ ਕੀ ਕਿੱਥੇ ਪ੍ਰੈਸ ਕਰਦੇ ਹਾਂ। ਯੂਜ਼ਲੀ ਆਨਸਰ ਹੁੰਦਾ ਬੱਚਿਆਂ ਦਾ ਵੀ ਆਪਾਂ ਲਾਈਨ ਦੇ ਐਂਡ ਤੇ, ਇਹ ਗਲਤ ਹੈ ਬੱਚੇ। ਆਪਾਂ ਐਂਟਰ ਕੀ ਯੂਜ਼ ਕਰਦੇ ਹਾਂ ਐਟ ਦਾ ਐਂਡ ਆਫ ਦਾ ਪੈਰਾਗ੍ਰਾਫ, ਕਿਉਂਕਿ ਉਹ ਪੈਰਾਗ੍ਰਾਫ ਨੇ ਉਸੇ ਟੈਕਸਟ ਦੇ ਅਕੋਰਡਿੰਗ ਫਿੱਟ ਹੋਣਾ ਹੈ। ਜੇ ਆਪਾਂ ਐਂਡ ਆਫ ਦਾ ਪੈਰਾਗ੍ਰਾਫ ਐਂਟਰ ਕੀ ਪ੍ਰੈਸ ਕੀਤੀ ਹੈ ਨਾ, ਤਾਂ ਆਪਾਂ ਕਿਸੇ ਵੀ ਸਟੇਜ ਤੇ ਮਾਰਜਨਸ ਜਾਂ ਪੇਪਰ ਸਾਈਜ਼ ਉਸ ਟੈਕਸਟ ਨੂੰ ਵਿਦਆਊਟ ਐਨੀ ਵੇਸਟਿੰਗ ਐਨੀ ਟਾਈਮ ਆਪਾਂ ਨੂੰ ਫਿੱਟ ਕਰ ਸਕਦੇ ਇਨ ਸਿੰਗਲ ਕਮਾਂਡ। ਚਲੋ ਇੱਕ ਆਪਾਂ ਮੈਂ ਇੱਕ ਲੈਟਰ ਥੋੜਾ ਜਿਹਾ ਛੋਟਾ ਜਿਹਾ ਬਣਾਇਆ। ਨੇਮ, ਡੈਜ਼ਿਗਨੇਸ਼ਨ, ਐਡਰੈਸ ਐਂਡ ਸਿਟੀ ਸਿਰਫ ਤੁਹਾਨੂੰ ਸਮਝਾਉਣ ਨੂੰ ਲਿਖਿਆ, ਇੱਥੇ ਤੱਕ ਮੀਨਿੰਗ ਨਹੀਂ ਸੀ ਲਿਖਣ ਦਾ। ਜਿਵੇਂ ਆਪਾਂ ਟਾਈਪਰਾਈਟਰ ਦੇ ਉੱਪਰ ਲੈਟਰ ਲਿਖਦੇ ਸੀ, ਇੱਕ ਪੇਜ ਦੇ ਉੱਪਰ ਇੱਕ ਲੈਟਰ ਲਿਖਿਆ ਜਾਂਦਾ ਸੀ। ਕਿਸੇ ਸੈਕੰਡ ਬੰਦੇ ਨੂੰ ਲੈਟਰ ਲਿਖਣਾ ਆਪਾਂ ਨੂੰ ਦੁਬਾਰਾ ਤੋਂ ਲਿਖਣਾ ਪੈਂਦਾ। ਜਾਂ ਇਸ ਦੇ ਅਗੇਂਸਟ ਆਪਾਂ 3-4 ਲਾਈਨਸ ਉੱਪਰ ਉਹਦੇ ਖਾਲੀ ਛੱਡ ਲੈਂਦੇ ਸੀ ਤੇ ਉਸ ਤੋਂ ਬਾਅਦ ਉਹਨੂੰ ਫੋਟੋ ਕਾਪੀ ਕਰਾ ਕੇ ਬੰਦੇ ਦਾ ਨੇਮ ਉਸ ਤੇ ਲਿਖ ਦਿਆ ਕਰਦੇ ਸੀ। ਪਰ ਇੱਥੇ ਇੱਕ ਬੜਾ ਸਟਰੋਂਗ ਟੂਲ ਹੈ MS ਵਰਡ ਦੇ ਵਿੱਚ, ਦੈਟ ਇਜ਼ ਮੇਲ ਮਰਜ। ਆਪਾਂ ਸਪੋਜ਼ ਕਰੋ ਆਪਣੇ ਰੈਸਪੀਡੈਂਟਸ ਨੇ ਕੰਪਿਊਟਰ ਡਿਪਾਰਟਮੈਂਟ ਇੱਕ ਕੰਪੀਟੀਸ਼ਨ ਕਰਾਉਣ ਜਾ ਰਿਹਾ ਹੈ, ਸਪੋਜ਼ ਉਹਦੇ ਵਿੱਚ ਆਪਾਂ 500, 1000, 100, 200 ਰੈਸਪੀਡੈਂਟਸ ਨੂੰ ਲੈਟਰ ਸੈਂਡ ਕਰਨਾ। ਆਪਾਂ ਮਾਈਂਡ 'ਚ ਰੱਖ ਲਿਆ, ਆਪਾਂ ਫੀਲਡਸ ਰੈਸਪੀਡੈਂਟ ਨੂੰ ਸੈਂਡ ਕਰਨ ਦੇ ਲਈ ਆਪਾਂ ਜਿਹੜੇ ਵੇਰੀਏਬਲਸ ਹੋਣਗੇ ਉਹ ਕਿਹੜੇ ਫੀਲਡਸ ਹੋਣਗੇ ਆਪਾਂ ਡਿਸਾਈਡ ਕਰ ਲਿਆ। ਨੇਮ, ਡੈਜ਼ਿਗਨੇਸ਼ਨ, ਐਡਰੈਸ ਐਂਡ ਸਿਟੀ। ਉਹਦੇ ਬਾਅਦ ਸਬਜੈਕਟ ਆ ਗਿਆ, ਇਹ ਕਾਮਨ ਹੈ। ਅਗੇਨ ਨੇਮ, ਫਿਰ ਇੱਕ ਵੇਰੀਏਬਲ ਆ ਗਿਆ। ਉਸ ਤੋਂ ਬਾਅਦ ਆਪਾਂ ਟੈਕਸਟ ਦਾ ਮੈਟਰ ਜੋ ਵੀ ਹੈ, ਚਾਹੇ ਕਿੰਨੀ ਵੀ ਲਾਈਨਸ ਦਾ, ਆਪਾਂ ਉਹਨੂੰ ਫਿਟ ਕਰਕੇ ਰੱਖ ਲਿਆ। ਮੇਲ ਮਰਜਿੰਗ ਦੇ ਵਿੱਚ ਕੀ ਹੈ, ਇੱਕ ਆਪਾਂ ਮੇਨ ਲੈਟਰ ਲਿਖਦੇ ਹਾਂ ਤੇ ਇੱਕ ਡੇਟਾਬੇਸ ਕ੍ਰੀਏਟ ਕਰਦੇ ਹਾਂ ਤੇ ਦੋਨਾਂ ਨੂੰ ਮਰਜ ਕਰਦੇ ਹਾਂ। Start mail merge, step by step wizard, select document type, ਆਪਾਂ ਲੈਟਰ ਲੈ ਲਿਆ, ਆਪਾਂ ਲੈਟਰ ਲਿਖ ਰੱਖਿਆ। Next, select starting document using the current document, yes, ਆਪਾਂ ਇਹੀ ਜਿਹੜਾ ਡਾਕੂਮੈਂਟ ਸੀ ਆਪਣਾ ਇਹਨੂੰ ਕਰੰਟ ਡਾਕੂਮੈਂਟ ਨੂੰ ਯੂਜ਼ ਕਰਨਾ ਹੈ। Select recipients, ਦੇਖੋ ਇਹਦੇ ਵਿੱਚ ਦੋ ਵੇ ਨੇ, ਇੱਕ ਤਾਂ ਤੁਸੀਂ ਫਸਟ ਟਾਈਮ ਰੈਸਪੀਡੈਂਟਸ ਕ੍ਰੀਏਟ ਕਰਨ ਜਾ ਰਹੇ ਹੋ, ਜੇ ਤੁਸੀਂ ਆਲਰੇਡੀ ਕ੍ਰੀਏਟ ਕੀਤੇ ਆ ਤਾਂ ਆਪਾਂ ਨੂੰ ਯੂਜ਼ ਵੀ ਕਰ ਸਕਦੇ। ਜੇ ਆਪਾਂ ਫਸਟ ਟਾਈਮ ਕ੍ਰੀਏਟ ਕਰਨ ਜਾ ਰਹੇ ਹਾਂ ਤਾਂ ਆਪਾਂ ਨੂੰ ਉੱਥੇ ਡਿਸਾਈਡ ਕਰਨਾ ਪੈਣਾ ਜੋ ਆਪਾਂ ਉੱਪਰ ਡਿਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਨੇਮ, ਡੈਜ਼ਿਗਨੇਸ਼ਨ, ਐਡਰੈਸ ਐਂਡ ਸਿਟੀ। ਟਾਈਪ ਆ ਨਿਊ ਲਿਸਟ, ਦੈਨ ਜੇ ਫਸਟ ਟਾਈਮ ਕਰ ਰਹੇ ਹਾਂ ਤਾਂ ਟਾਈਪ ਆ ਨਿਊ ਲਿਸਟ, ਦੈਨ ਕ੍ਰੀਏਟ। ਜਦੋਂ ਆਪਾਂ ਕ੍ਰੀਏਟ ਕਰਾਂਗੇ ਇੱਥੇ ਆਪਾਂ ਨੂੰ ਕੁਝ ਸੁਜੈਸਟ ਕਰ ਦੇਗਾ ਔਰ ਆਪਣੀ ਤਰਫ ਤੋਂ ਆਪਾਂ ਇਹਨਾਂ ਚੋਂ ਵੀ ਯੂਜ਼ ਕਰ ਸਕਦੇ ਹਾਂ ਜਾਂ ਕਸਟਮਾਈਜ਼ ਕਰਕੇ ਇਹਨਾਂ ਨੂੰ ਡਿਲੀਟ ਕਰ ਸਕਦੇ, ਡਿਲੀਟ ਕਰਕੇ ਆਪਦੇ ਐਡ ਕਰ ਸਕਦੇ ਹਾਂ। ਇਸ ਵਜ੍ਹਾ ਨਾਲ ਆਪਾਂ ਆਪਣੇ ਫੀਲਡਸ ਰੱਖ ਸਕਦੇ ਹਾਂ। ਫੀਲਡਸ ਰੱਖਣ ਤੋਂ ਬਾਅਦ ਆਪਾਂ ਉਹਦੇ ਵਿੱਚ ਐਂਟਰੀ ਕਰ ਸਕਦੇ
मैं एग्जिस्टिंग कर रहा, मैं एक बना रखा ऑलरेडी। तो लिस्ट ਦੇ ਵਿੱਚੋਂ ਆਪਾਂ ਨੂੰ ਸਿਲੈਕਟ ਕਰ ਲਿਆ। ਜਦੋਂ ਆਪਾਂ ਨੂੰ ਸਿਲੈਕਟ ਕਰ ਦਿੰਨੇ ਆ ਤਾਂ ਉਹਨੇ ਆਪਾਂ ਨੂੰ ਇੱਥੇ ਸ਼ੋ ਕਰਤਾ। ਇਹਦੇ ਵਿੱਚ ਮੈਂ 3 ਐਂਟਰੀਜ਼ ਪਾ ਰੱਖੀਆਂ ਸੀ ਆਲਰੇਡੀ, ਤੇ ਚਾਰੋਂ ਫੀਲਡਸ ਉਹੀ ਨੇ ਇਹ ਆਪਣੇ, ਨੇਮ, ਐਡਰੈਸ, ਸਿਟੀ ਐਂਡ ਡੈਜ਼ਿਗਨੇਸ਼ਨ। ਦੈਨ ਓਕੇ। ਹੁਣ ਇਹਨਾਂ ਦੀ ਕੋਈ ਇੰਪੋਰਟੈਂਸ ਨਹੀਂ ਸੀਗੀ। ਆਪਾਂ ਜਿਹੜੇ ਆਪਣੇ ਫੀਲਡਸ ਨੇ, ਜੋ ਮਰਜ ਫੀਲਡਸ ਆਪਣੇ ਹੋ ਗਏ ਨੇ, ਆਪਾਂ ਉਹਨਾਂ ਨੂੰ ਇੱਥੇ ਪਲੇਸ ਕਰਨਾ ਹੈ ਜਿੱਥੇ ਇੱਥੇ ਆਪਾਂ ਨੂੰ ਉਹਨਾਂ ਦੀ ਜ਼ਰੂਰਤ ਹੈ। इंसर्ट मर्ज फील्ड्स ਦੇ ਵਿੱਚ ਉਹੀ ਫੀਲਡਸ ਆਪਾਂ ਨੂੰ ਇੱਥੇ ਅਵੇਲੇਬਲ ਮਿਲਣਗੇ। ਨੇਮ ਵੀ ਲੈ ਲਿਆ ਆਪਾਂ, ਡੈਜ਼ਿਗਨੇਸ਼ਨ ਵੀ ਲੈ ਲਿਆ, ਐਡਰੈਸ ਵੀ ਲੈ ਲਿਆ ਐਂਡ ਸਿਟੀ ਵੀ ਲੈ ਲਿਆ। ਜਿਸ ਵੇ ਦੇ ਨਾਲ ਆਪਾਂ ਇਹਨਾਂ ਨੂੰ ਪਲੇਸ ਕਰਨਾ ਚਾਹੀਏ ਉਹ ਆਪਾਂ ਇਹਨਾਂ ਨੂੰ ਇੱਥੇ ਪਲੇਸ ਕਰ ਲੈਣੇ ਆ। ਇੱਥੇ ਫਿਰ ਇੱਕ ਨੇਮ ਹੈ, ਨੇਮ ਜੋ ਵੀ ਆਪਣਾ ਫੀਲਡ ਹੈ ਉਹਨੂੰ ਆਪਾਂ ਰਿਪੀਟਡਲੀ ਯੂਜ਼ ਕਰ ਸਕਦੇ ਹਾਂ। ਹੁਣ ਆਪਾਂ ਇੱਕ ਟੈਕਸਟ, ਇੱਕ ਆਪਣਾ ਮੇਨ ਡਾਕੂਮੈਂਟ ਲਿਖ ਲਿਆ, ਰੈਸਪੀਰੈਂਟਸ ਕ੍ਰੀਏਟ ਕਰ ਲਏ। ਰੈਸਪੀਰੈਂਟਸ ਕ੍ਰੀਏਟ ਕਰਨ ਤੋਂ ਬਾਅਦ ਉਹਨਾਂ ਨੂੰ ਮਰਜ ਕਰ ਲਿਆ, ਫੀਲਡਸ ਇੱਥੇ ਪਲੇਸ ਕਰ ਦਿੱਤੇ। ਐਂਡ ਦਾ ਨੈਕਸਟ ਰਾਈਟ ਯੋਰ ਲੈਟਰਸ ਟੂ ਵਿਊ ਯੋਰ ਲੈਟਰਸ। ਇਹ ਆਪਾਂ 3 ਐਂਟਰੀਜ਼ ਪਾਈਆਂ ਸੀ, ਤਿੰਨੋਂ ਲੈਟਰਸ ਆਪਣੇ ਇੱਥੇ ਬਣ ਕੇ ਰੈਡੀ ਹੋ ਗਏ। फर्स्ट ये है, सेकंड है दिस वन एंड द थर्ड इज दिस वन। दैट्स ऑल। मैं अजय नहीं दसना चाहता सी। थैंक यू एवरीवन। गौरव। थैंक यू आशुतोष सर। ਤੁਸੀਂ ਬੜੇ ਹੀ ਖੂਬਸੂਰਤ ਅੰਦਾਜ਼ ਵਿੱਚ ਮਾਈਕਰੋਸਾਫਟ ਵਰਡ ਅਤੇ ਐਕਸਲ ਦੇ ਯੂਜ਼ ਬਾਰੇ ਦੱਸਿਆ। ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਇਹਨਾਂ ਐਪਲੀਕੇਸ਼ਨ ਦੀ ਵਰਤੋਂ ਦੀ ਲੋੜ ਪੈਂਦੀ ਹੈ। ਸਾਡੀ ਵਰਕਸ਼ਾਪ ਦਾ ਮਕਸਦ ਵੀ ਤੁਹਾਨੂੰ ਮਾਈਕਰੋਸਾਫਟ ਵਰਡ ਤੇ ਐਕਸਲ ਦੇ ਇਫੈਕਟਿਵ ਯੂਜ਼ ਬਾਰੇ ਦੱਸਣਾ ਸੀ। ਥੈਂਕ ਯੂ ਸਰ। ਨਾਓ ਆਈ ਵੁੱਡ ਲਾਈਕ ਟੂ ਇਨਵਾਈਟ ਪ੍ਰਿੰਸੀਪਲ ਮੈਮ ਡਾਕਟਰ रमा शर्मा। मैं मैम ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਸਾਡੇ ਵਿਦਿਆਰਥੀਆਂ ਲਈ ਆਪਣੇ ਕੁਝ ਸ਼ਬਦ ਬੋਲਣ। ਥੈਂਕ ਯੂ ਮੈਮ। ਓਵਰ ਟੂ ਪ੍ਰਿੰਸੀਪਲ ਮੈਮ। थैंक यू सो मच प्रोफेसर गौरव। सब तो पहला तो मैं प्रोफेसर आशुतोष जी का थैंक्स करना चाहांगी कि इन्हां दी क्लास दे विच बैठण वर्गा एक स्टूडेंट के तौर पे बैठण वर्गा एहसास होया, जिवें कि इन्हां ने बहुत ही सिंपलीफाई तरीके नाल ਉਹ ਟੌਪਿਕ ਜਿਹੜੇ ਸਾਨੂੰ ਲਿਟਰੇਚਰ ਵਾਲਿਆਂ ਨੂੰ ਲੱਗਦਾ ਹੁੰਦਾ ਵੀ ਕੰਪਿਊਟਰ ਵਾਲਾ ਜਿਹੜਾ ਫੀਲਡ ਹੈ ਉਹ ਸਾਡੀ ਪਹੁੰਚ ਤੋਂ ਬਾਹਰ ਦਾ ਫੀਲਡ ਹੈ। ਹਾਲਾਂਕਿ ਅੱਜ ਦਾ ਜਿਹੜਾ ਟਾਈਮ ਹੈ ਇਹ ਟੈਕਨੋਲੋਜੀ ਦਾ ਯੁੱਗ ਹੈ। ਇਸ ਯੁੱਗ ਦੇ ਵਿੱਚ ਜਿਹੜਾ ਇਨਸਾਨ ਸਮੇਂ ਨਾਲ ਜਾਂ ਟੈਕਨੋਲੋਜੀ ਨਾਲ ਕਦਮ ਤਾਲ ਕਰਕੇ ਨਹੀਂ ਚੱਲੇਗਾ, ਡੈਫੀਨੇਟਲੀ ਉਹ ਪਿੱਛੇ ਰਹਿ ਜਾਏਗਾ। ਸੋ ਇੱਕ ਤਾਂ ਸਭ ਤੋਂ ਖੂਬਸੂਰਤ ਚੀਜ਼ ਜਿਹੜੀ ਮੈਨੂੰ ਮਹਿਸੂਸ ਹੋਈ ਹੈ ਇਸ ਵੈਬੀਨਾਰ ਦੇ ਵਿੱਚ, ਇਹ ਡੈਫੀਨੇਟਲੀ ਸਟੂਡੈਂਟਸ ਨੇ ਵੀ ਇਸ ਚੀਜ਼ ਨੂੰ ਮਹਿਸੂਸ ਕੀਤਾ ਹੋਏਗਾ ਕਿ ਸਾਡੇ ਟੀਚਰਸ ਦਾ ਜਿਹੜਾ ਕਮਿਊਨੀਕੇਸ਼ਨ ਸਕਿੱਲ ਹੈ ਦੈਟ ਇਜ਼ ਐਕਸੀਲੈਂਟ। ਇੰਨੀ ਸਿੰਪਲੀਫਾਈ ਤਰੀਕੇ ਨਾਲ ਨੂੰ ਡਿਫਾਈਨ ਕਰਨਾ, ਉਸ ਚੀਜ਼ ਦੀ ਜਿਹੜੀ ਨੌਲੇਜ ਹੈ ਉਸ ਚੀਜ਼ ਨੂੰ ਕਨਵੇ ਕਰਨਾ, ਇਹ ਆਪਣੇ ਆਪ ਚ ਇੱਕ ਵਧੀਆ ਟੀਚਰ, ਜਿਹੜਾ ਇੱਕ ਟੀਚਰ ਦਾ ਆਰਟ ਹੁੰਦਾ ਜਿਹੜਾ ਹੋ ਸਕਦਾ ਹੈ ਹਰ ਟੀਚਰ ਕੋਲੇ ਨਹੀਂ ਹੁੰਦਾ। ਸਮਟਾਈਮ ਸਾਡੇ ਕੋਲੇ ਕਿਸੇ ਸਬਜੈਕਟ ਦੀ, ਕਿਸੇ ਟੌਪਿਕ ਦੀ ਬਹੁਤ ਜ਼ਿਆਦਾ ਨੌਲੇਜ ਹੁੰਦੀ ਹੈ, ਲੇਕਿਨ ਜਿਹੜਾ ਕਮਿਊਨੀਕੇਸ਼ਨ ਮੈਥਡ ਹੈ ਜਾਂ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ ਉਸ ਦੇ ਵਿੱਚ ਕਈ ਵਾਰੀ ਆਪਾਂ ਆਪਣੇ ਕੋਲੇ ਟਰਮੀਨੋਲੋਜੀ ਨਹੀਂ ਹੁੰਦੀ, ਆਪਣੇ ਕੋਲੇ ਦਾ ਵੇ ਆਫ ਕਮਿਊਨੀਕੇਸ਼ਨ ਜਿਹੜਾ ਹੈ ਉਹ ਨਹੀਂ ਉਹੋ ਜਿਹਾ ਹੁੰਦਾ, ਤੇ ਕਿਤੇ ਨਾ ਕਿਤੇ ਕੰਟੈਂਟ ਵੀ ਹੋਣ ਦੇ ਬਾਵਜੂਦ ਵੀ ਸਟੂਡੈਂਟ ਤੇ ਟੀਚਰ ਦੇ ਵਿੱਚ ਇੱਕ ਵਧੀਆ ਕਮਿਊਨੀਕੇਸ਼ਨ ਨਹੀਂ ਬਣ ਪਾਉਂਦੀ, ਜਾਂ ਸਟੂਡੈਂਟਸ ਨੂੰ ਲੱਗਦਾ ਹੈ ਕਿ even after all the efforts done by the teacher, definitely there is something missing. But in this case, there is nothing like that. So once again, I would like to say to our students, बच्चे, it was a trial. It was a little trial. We can say it was a little test, just to tell you
how our teachers are how much concerned with their students, how much they are commanding over their subjects, over their topics. So it was a definitely very good and informative webinar. I would like to congratulate all the teachers of computer department, including Professor Ashutosh ji, and all the participants, colleagues and participants. Thank you so much. थैंक यू प्रिंसिपल मैम। हुण मैं गुजारिश करांगा मैडम शिखा बांसल जी नूं कि वो वोट ऑफ थैंक्स पेश करें। Thank you, Gaurav sir. I'm audible? Yes ma'am, you are audible. Okay. Good afternoon, everyone. I'm honored and lucky to have the opportunity to propose vote of thanks and acknowledge the contribution of those who worked really hard. I, Professor Shikha Bansal, on behalf of entire institute, extend my sincere thanks to Professor Ashutosh ji for gracing today's seminar. Thank you, sir, for your interesting and thought-provoking address. We are really enlightened with your knowledge. Along with this, a heartfelt thanks to our worthy management for encouraging and motivating us, our respected principal ma'am for being a great mentor, all the teachers and the volunteers for their participation. Last, not the least, a special thanks to all the computer department for their immense support and cooperation. With these warm words, we move towards the end of the webinar. Thank you everyone for the participation. Thank you, Gaurav sir. Thank you, Principal Ma'am. Thank you, Shikha Ma'am. Thank you, Gaurav sir. Thank you to all computer department teachers, all faculty members. Thank you. Thank you. ਹੁਣ ਮੈਂ ਥੈਂਕ ਯੂ ਸ਼ਿਖਾ ਮੈਮ। ਹੁਣ ਮੈਂ ਇੱਕ ਸਾਡੇ ਸਾਰੇ ਪਾਰਟਿਸਪੈਂਟਸ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਵਰਕਸ਼ਾਪ ਦੇ ਜਿਹੜੇ ਈ ਸਰਟੀਫਿਕੇਟਸ ਨੇ ਉਹ ਤੁਹਾਨੂੰ 25th of July ਤੋਂ ਬਾਅਦ ਤੁਹਾਡੀ ਈਮੇਲ ਆਈਡੀ ਤੇ ਆਣਗੇ। ਅਗਰ ਫਿਰ ਵੀ ਕਿਸੇ ਨੂੰ ਈਮੇਲ ਆਈਡੀ ਤੇ ਈ ਸਰਟੀਫਿਕੇਟ ਨਹੀਂ ਮਿਲਦਾ ਤਾਂ ਤੁਹਾਡੇ ਕੋਲ ਮੇਰਾ ਨੰਬਰ ਹੈਗਾ। ਮੈਂ ਈਮੇਲ ਆਈਡੀ ਵੀ ਚੈਟ ਬਾਕਸ ਦੇ ਵਿੱਚ ਸ਼ੇਅਰ ਕੀਤੀ ਸੀ, ਤੁਸੀਂ ਉਹਦੇ ਤੇ ਲਿਖ ਸਕਦੇ ਹੋ ਜਾਂ ਫੋਨ ਕਾਲ ਵੀ ਕਰ ਸਕਦੇ ਹੋ। ਪਰ ਤੁਹਾਨੂੰ ਤੁਸੀਂ 25th ਤੋਂ ਬਾਅਦ ਤੁਹਾਡੀ ਈਮੇਲ ਆਈਡੀ ਦੇ ਉੱਤੇ ਤੁਹਾਨੂੰ ਇਹ ਰਿਸੀਵ ਹੋਣਗੇ। ਮੈਂ ਤੁਹਾਡੇ ਸਭ ਦਾ ਸ਼ੁਕਰੀਆ ਕਰਦਾ ਹਾਂ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਤੇ ਇਸ ਵਰਕਸ਼ਾਪ ਦਾ ਪਾਰਟ ਬਣੇ। ਥੈਂਕ ਯੂ ਪ੍ਰਿੰਸੀਪਲ ਮੈਮ। ਥੈਂਕ ਯੂ ਆਲ ਮਾਈ ਡੀਅਰ ਸਟਾਫ ਮੈਂਬਰਸ। ਥੈਂਕ ਯੂ।